ਅੱਜ ਲੋਕਤੰਤਰ ਦੇ ਵਿੱਚ ਇੱਕ ਕਾਲਾ ਦਿਨ, ਜਿੱਥੇ ਆਪਦੀ ਗੱਲ ਸੁਣਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਕੋਲੇ 50 ਲੋਕ ਆਪਦੀ ਚੈਕਿੰਗ ਕਰਾ ਕੇ ਗਏ। ਕਿੱਡਾ ਸ਼ਾਤਰ ਤੇ ਚਲਾਕ ਮੁੱਖ ਮੰਤਰੀ ਪੰਜਾਬ ਹੈ ਕਿ ਇੱਕ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਇਹ ਲੋਕ, ਇਹਨਾਂ ਦੇ ਖੂਨ ਦੇ ਵਿੱਚ ਕਰਪਸ਼ਨ ਹੈ, ਅਸੀਂ ਕੋਰਟ ਦੇ ਵਿੱਚ ਜਾਵਾਂਗੇ ਇਹਨਾਂ ਦੇ ਖਿਲਾਫ। ਮਿਸਟਰ ਚੀਮਾ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਮੁੱਖ ਮੰਤਰੀ, ਇਹਨਾਂ ਦਾ ਮੁੱਖ ਮੰਤਰੀ ਮਿਲਦਾ ਨਹੀਂ ਸੀ, ਸਾਡਾ ਮੁੱਖ ਮੰਤਰੀ ਇਹਨਾਂ ਨੂੰ ਮਿਲ ਕੇ ਗਿਆ, ਇਹਨਾਂ ਦੀ ਗੱਲ ਸੁਣ ਕੇ ਗਿਆ। ਤੁਸੀਂ ਆਪ ਸੁਣਿਆ ਔਰ ਉਹਨਾਂ ਦੇ ਡੀਐਸਪੀ ਵੱਲੋਂ ਕੰਪਲੇਂਟ ਆਉਂਦੀ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ 452 ਤੇ ਇਹਨਾਂ ਤੇ ਨਾਨ ਬੇਲੇਬਲ ਮੁਕੱਦਮੇ ਦਰਜ ਕੀਤੇ ਜਾਣ। ਇਹਦੇ ਮਗਰ ਕੀ ਮਕਸਦ ਹੈ? ਜਿੱਥੇ 1.5 ਲੱਖ ਲੋਕਾਂ ਨੇ ਆ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਇਹ ਡਰ ਸਤਾ ਰਿਹਾ ਕਿ ਸੰਗਰੂਰ ਦੀ ਬਾਈ ਇਲੈਕਸ਼ਨ ਅਸੀਂ ਹਾਰ ਰਹੇ ਹਾਂ, ਹੋਵੇ ਨਾ ਤਾਂ ਅਸੀਂ ਕਾਂਗਰਸੀਆਂ ਤੇ ਨਾਨ ਬੇਲੇਬਲ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ 10 ਦਿਨਾਂ ਵਾਸਤੇ ਭੇਜ ਦਿੱਤਾ ਜਾਵੇ। ਅਗਰ ਉਹਦੇ 'ਚ ਕੋਈ ਤੱਥ ਪਾਏ ਜਾਂਦੇ ਤਾਂ ਗੁਨੇਗਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਰ ਕੋਈ ਤੱਥ ਨਹੀਂ ਪਾਏ ਜਾਂਦੇ, ਵੈਂਡੇਟਾ ਪੋਲਿਟਿਕਸ ਨਹੀਂ ਹੋਣ ਦਿਆਂਗੇ। ਆਪਦੇ ਵਾਲਾ ਤਾਂ ਇਹਨਾਂ ਦਾ ਸਾਥ ਹੋ ਗਿਆ ਤੇ ਸਾਡੇ ਵਾਲੇ ਨੂੰ ਚੋਰ ਬਣਾਤਾ। ਦੋ ਔਰਤਾਂ ਜਿਹੜੀਆਂ ਸਾਡੀਆਂ ਬੀਬੀਆਂ, ਉਹਨਾਂ ਤੇ 353 ਲਾ ਦਿੱਤੀ ਗਈ। ਕੋਈ ਸ਼ਰਮ ਨਹੀਂ ਆਈ? ਢੇਲਾ ਵੀ ਸ਼ਰਮ ਨਹੀਂ ਆਈ ਮੁੱਖ ਮੰਤਰੀ ਸਾਹਿਬ? ਅੱਜ ਕੀ ਮਾਮਲਾ ਦਰਜ ਕੀਤਾ ਗਿਆ ਜੀ ਤੁਹਾਡੇ? 188, 353, 147, 353 ਇਹ ਨਾਨ ਬੇਲੇਬਲ ਅਫੈਂਸ ਹੈ। ਇਹ ਤਾਂ ਪੁਲਿਸ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਮਾਮਲੇ ਦੀ। ਜਦੋਂ ਅਸੀਂ ਉਹਨਾਂ ਨੂੰ ਤੱਥ ਪੇਸ਼ ਕੀਤੇ ਹੈ, ਉਹਨਾਂ ਨੇ ਸਾਥੋਂ ਸਪੈਸ਼ਲ ਬੌਂਡ ਭਰਵਾ ਕੇ ਮੀਮੋ, ਅਰੈਸਟ ਮੀਮੋ ਤੇ ਦਸਤਖਤ ਕਰਵਾ ਕੇ ਸਾਨੂੰ ਛੱਡਿਆ, ਕਿਉਂਕਿ ਪੁਲਿਸ ਕੋਲੇ ਅਥਾਰਟੀ ਦੇ ਪਾਵਰ ਹੁੰਦੀ ਹੈ, ਚਾਹੇ ਉਹ 307 ਚੋਂ ਵੀ। ਉਸ ਕਰਕੇ ਮਤਲਬ ਕਿ ਇਦਾਂ ਸਾਨੂੰ ਬਾਹਰ ਛੱਡਿਆ ਗਿਆ, ਨਹੀਂ ਤਾਂ ਸਾਡੀ ਗ੍ਰਿਫਤਾਰੀ, ਉਹ ਇੱਛਾ ਰੱਖਦੇ ਸੀ ਵੀ ਇਹਨਾਂ ਦੀ ਗ੍ਰਿਫਤਾਰੀ। ਵੈਰੀ ਅਨਫੋਰਚੂਨੇਟ ਸੀ ਇਹ ਫੈਸਲਾ ਕਰਨੇ ਅੱਜ ਤੋਂ ਬਾਅਦ। ਜਿੰਨਾ ਚਿਰ ਵੀ ਇਹਨਾਂ ਦੀ ਸਰਕਾਰ ਚੱਲੇਗੀ, ਜਿੱਥੇ ਭਗਵੰਤ ਮਾਨ ਸਾਨੂੰ ਸੱਦੇਗਾ, ਭਾਵੇਂ ਫਾਰਮਲ ਡਿਨਰ ਹੋਏ, ਫਾਰਮਲ ਲੰਚ ਹੋਏ, ਭਾਵੇਂ ਅਸੈਂਬਲੀ 'ਚ ਹੋਏ, ਵੀ ਵਿਲ ਕੰਪਲੀਟਲੀ ਬਾਈਕਾਟ ਦਿਸ, ਵੀ ਵਿਲ ਨਾਟ ਗੋ ਟੂ ਐਨੀ ਫੰਕਸ਼ਨ ਆਫ ਦਿਸ। ਇਹ ਜਮਹੂਰੀਅਤ ਵਾਸਤੇ ਬਹੁਤ ਵੱਡੀ ਗੱਲ ਹੈ। ਤੁਸੀਂ ਦੇਖ ਰਹੇ ਹੋ ਕਿ ਥਾਣੇ ਦੇ ਅੰਦਰ ਹੀ ਹੁਣ ਜਿਹੜੀ ਹੈ ਤਮਾਮ ਲੀਡਰਸ਼ਿਪ ਜਿਹੜੀ ਹੈਗੀ ਹੈ ਕਾਂਗਰਸ ਦੀ, ਜਿਹੜੀ ਇਹਨਾਂ ਨੇ ਸਵੇਰੇ ਕਾਂਗਰਸ ਦੇ ਸਾਰੇ ਲੀਡਰਸ ਨੇ ਜਿਨ੍ਹਾਂ ਨੇ ਸਵੇਰੇ ਸੀਐਮ ਦੀ ਕੋਠੀ ਘੇਰੀ ਸੀਗੀ, ਉਹ ਇਸ ਵਕਤ ਜਿਹੜੇ ਨੇ ਬਾਹਰ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਐਮਐਲਏਜ਼ ਨੇ ਉਹ ਇੱਕ ਇੱਕ ਕਰਕੇ ਇੱਥੋਂ ਬਾਹਰ ਆ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਐਮਐਲਏਜ਼ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਰਾਜਾ ਵੜਿੰਗ ਦਿਖਾਈ ਦੇ ਰਹੇ ਨੇ, ਪ੍ਰਤਾਪ ਬਾਜਵਾ ਦਿਖਾਈ ਦੇ ਰਹੇ ਨੇ। ਉਹ ਜਿਹੜੇ ਪ੍ਰਤਾਪ ਬਾਜਵਾ, ਰਾਜਾ ਵੜਿੰਗ ਤੇ ਬਾਕੀ ਤਮਾਮ ਲੀਡਰਸ਼ਿਪ ਜਿਹੜੀ ਹੈ ਉਹ ਬਾਹਰ ਆ ਰਹੀ ਹੈ। ਪਹਿਲੇ ਟਾਈਮ ਦੇ ਕੇ ਫਿਰ ਬਾਹਰ ਖੜਾ ਕੀਤਾ, ਫਿਰ ਜਦੋਂ ਅੰਦਰ ਲੈ ਕੇ ਗਏ ਨੇ, ਗੱਲ ਹੈ ਸਾਨੂੰ 5-5, 6-6 ਟਰਮਸ ਹੋ ਗਈਆਂ ਐਜ਼ ਐਮਐਲਏਜ਼, ਮਿਨਿਸਟਰ ਐਂਡ ਐਜ਼ ਐਮਪੀਜ਼। ਪਹਿਲੀ ਦਫਾ ਫ੍ਰਿਸਕਿੰਗ ਸਾਡੀ ਪਹਿਲੀ ਲੀਡਰ, ਆਈ ਐਮ ਲੀਡਰ ਆਫ ਮੇਨ ਪਾਰਟੀ ਹੈ, ਸਾਡੇ ਪਾਰਟੀ ਦੇ ਪ੍ਰਧਾਨ ਨੇ, ਸਾਡੇ ਡਿਪਟੀ ਚੀਫ ਮਿਨਿਸਟਰ ਸਾਡੇ ਨਾਲ ਨੇ, ਸਪੀਕਰ ਸਾਹਿਬ ਸਾਡੇ ਨਾਲ ਸੀ, ਫਾਰਮਰ ਸਪੀਕਰ ਦੀ ਮੈਂ ਗੱਲ ਕਰ ਰਹੀ ਸੀ, ਬਹੁਤ ਸਾਡੇ ਕੈਬਨਿਟ ਦੇ ਮਿਨਿਸਟਰ, 15 ਸਿਟਿੰਗ ਐਮਐਲਏਜ਼ ਨਾਲ, 25-30 ਜਾਣੇ ਹੋਰ ਨਾਲ ਸੀ। ਸਾਰਿਆਂ ਨੂੰ ਪਹਿਲੇ ਫ੍ਰਿਸਕਿੰਗ ਕੀਤੀ ਜਿਹੜੀ ਅੱਗੇ ਕਦੀ ਨਹੀਂ ਸੀ ਕੀਤੀ। ਅਸੀਂ ਕੋਈ ਚੋਰ ਥੋੜੇ ਟਾਈਮ ਲਿਆ, ਉਹਨਾਂ ਨੂੰ ਫ੍ਰਿਸਕਿੰਗ ਕੀਤੀ ਕਿ ਅੰਦਰ ਜਾ ਕੇ ਸਾਰਿਆਂ ਦੇ ਟੈਲੀਫੋਨ ਰਖਵਾਏ ਗਏ। ਉਹਨੇ ਕਿਹਾ ਜੀ ਕਿ ਸਿਕਿਉਰਿਟੀ ਦੇ ਕਾਰਨ ਤੁਸੀਂ ਟੈਲੀਫੋਨ 'ਚ ਰੱਖ ਲਓ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਤੇ ਭਗਵੰਤ ਮਾਨ ਜੀ ਨੂੰ ਇਹ ਦਿਨ ਯਾਦ ਰੱਖਣੇ ਚਾਹੀਦੇ ਨੇ ਕਿ ਆਪ ਪਾਰਲੀਮੈਂਟ 'ਚ ਲੈ ਗਏ ਸੀ, ਅੰਦਰ ਪਾਰਲੀਮੈਂਟ ਪ੍ਰੋਸੀਡਿੰਗ ਜਿਹੜੀਆਂ ਟੈਲੀਫੋਨ ਤੇ ਨਹੀਂ ਸੀ ਵਿਖਾਈਆਂ ਜਾ ਸਕਦੀਆਂ, ਉਦੋਂ ਭਗਵੰਤ ਮਾਨ ਜੀ ਨੇ ਆਪ ਵਿਖਾਇਆ ਸੀ। ਚਲੋ ਅਸੀਂ ਉਸ ਨੂੰ ਨਹੀਂ ਭੁੱਲਦੇ ਹੋਏ ਅਸੀਂ ਸਾਰਿਆਂ ਨੇ ਫੋਨਸ ਆਪਣੇ ਉੱਥੇ ਦੇ ਦਿੱਤੇ। ਅੰਦਰ ਜਿਹੜੀ ਸੀਐਮ ਘਰ ਦੇ ਵਿੱਚ ਉਹਨਾਂ ਦਾ ਇੱਕ ਕਾਨਫਰੰਸ ਰੂਮ ਬਣਿਆ, ਉਹਦੇ ਵਿੱਚ ਅਸੀਂ 50, 55, 60 ਆਦਮੀ ਸੀ। ਲਗਾਤਾਰ ਤਕਰੀਬਨ 45 ਮਿੰਟ ਵੇਟ ਕਰਨਾ। ਸਾਰੇ ਕਹਿ ਰਹੇ ਸੀ ਉਹਨਾਂ ਦੇ ਅਫਸਰ ਕਿ ਬਸ ਆਣ ਹੀ ਵਾਲੇ।
45 ਮਿੰਟਾਂ ਬਾਅਦ ਇੱਕ ਅਫਸਰ ਆਉਂਦਾ ਹੈ, ਉਹ ਹੌਲੀ ਜੀ ਆ ਕੇ ਵੜਿੰਗ ਸਾਹਿਬ ਦੇ ਰਾਜਾ ਵੜਿੰਗ ਜੀ ਦੇ ਕੰਨ 'ਚ ਕਹਿੰਦਾ ਜੀ ਕਿ ਅੱਜ ਟਾਈਮ ਨਹੀਂ ਮਿਲਣਾ ਹੈ, ਇੱਥੇ ਹੀ ਨੇ ਬਟ ਅੱਜ ਉਹਨਾਂ ਨੂੰ ਕੋਈ ਬਰੀਫਿੰਗ ਹੋ ਰਹੀ ਹੈ ਤੇ ਹੁਣ ਤੁਸੀਂ ਕੱਲ 1 ਵਜੇ। ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਇੱਕ ਦੁਖਦਾਈ ਗੱਲ ਹੈ। ਮੇਨ ਆਪੋਜੀਸ਼ਨ ਪਾਰਟੀ ਆਈ ਹੋਏ, ਅਸੀਂ ਇੱਕ ਕਲੀਅਰ ਕਰ ਦੇਣਾ ਚਾਹੁੰਦੇ ਸਾਡਾ ਮੰਤਵ ਜਿਹੜਾ ਅਸੀਂ ਓਨਲੀ ਲਾਅ ਐਂਡ ਆਰਡਰ, ਨਥਿੰਗ ਐਲਸ, ਕਿਉਂਕਿ ਅਸੀਂ ਚਿੰਤਤ ਹਾਂ। ਅਸੀਂ 15 ਸਾਲ ਅੱਤਵਾਦ ਦੇ ਵਕਵਾਦ ਤੇ ਆਪਣੇ ਪਿੰਡਿਆਂ ਤੇ ਹੰਡਾਏ ਨੇ। ਬਹੁਤ ਸਾਰੇ ਇੱਥੇ ਇਹੋ ਜਿਹੇ ਲੀਡਰਸ ਨੇ ਜਿਨ੍ਹਾਂ ਦੇ ਆਪਣੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋਏ। ਤਾਂ ਅਸੀਂ ਅੱਜ ਸਪੈਸ਼ਲੀ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਉਹ ਉਹਨਾਂ ਨੂੰ ਕਹਿਣ ਗਏ ਸੀ ਕਿ ਵੇਖੋ 8 9 10 ਦਿਨ ਹੋ ਚੁੱਕੇ ਨੇ ਸੀਐਮ ਸਾਹਿਬ, ਤੁਹਾਡੀ ਪੁਲਿਸ ਕੁਝ ਕਰ ਨਹੀਂ ਪਾ ਰਹੀ, ਨਾ ਜ਼ਰੂਰ ਦੇ ਰਹੀ ਹੈ, ਅਰੈਸਟ ਕੋਈ ਨਹੀਂ ਹੋ ਰਹੀਆਂ, ਤੁਸੀਂ ਇਹ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੂੰ ਜਾਂ CBI ਨੂੰ ਕੇਸ ਲਓ। ਉਸ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਵਿੱਚ ਜਿਹੜੇ ਕਤਲੋਗਾਰਤ ਹੋ ਰਹੇ, ਅਸੀਂ ਉਹਦੇ ਬਾਰੇ ਚਿੰਤਿਤ ਸੀ ਕਿ ਇਹਨਾਂ ਨਾਲ ਅਸੀਂ ਗੱਲ ਕਰੀਏ। ਦੇयर ਵਾਸ नो ਅਦਰ ਏਜੰਡਾ ਬਟ ਅਨਫੋਰਚੂਨਟਲੀ ਇਹ ਵੇਖੋ ਐਂਡ ਮੈਨੂੰ ਜਿਹੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਹਿਲੀ ਵਾਰ ਹੋਇਆ ਕਿ ਮੇਨ ਡੈਲੀਗੇਸ਼ਨ ਆਪੋਜੀਸ਼ਨ ਪਾਰਟੀ ਦਾ ਗਿਆ ਹੋਏ ਤੇ ਅੱਜ ਸਾਡੇ ਤੇ ਨਾਨ ਅਵੇਲੇਬਲ ਕੇਸ ਜਿਹੜਾ ਹੈ ਉਹਦੇ ਕਈ ਦਫਾ ਉਹ ਲਾ ਦਿੱਤੀਆਂ ਜਿਹੜੀਆਂ ਅਵੇਲੇਬਲ ਨਹੀਂ ਸੀ। ਤੇ ਉਹਦਾ ਮਤਲਬ ਕਿ ਜੇ ਅਸੀਂ ਕੋਈ ਚੀਫ ਮਿਨਿਸਟਰ ਕੋਈ ਟਾਈਮ ਲਈਏ, ਕੋਈ ਆਮ ਆਦਮੀ ਜਾਂ ਇੱਥੇ ਤੁਹਾਡੀ ਮੇਨ ਆਪੋਜੀਸ਼ਨ ਪਾਰਟੀ ਤੁਹਾਡੇ ਕੋਲ ਵਕਤ ਲੈ ਰਹੀ ਹੈ, ਤੁਸੀਂ ਕੇਸ ਰਜਿਸਟਰ ਕਰਕੇ ਸਾਨੂੰ ਉੱਥੋਂ ਘੱਲਣਾ, ਤੁਸੀਂ ਬੇਇੱਜ਼ਤ ਕਰ ਰਹੇ ਹੋ ਸਾਨੂੰ। ਤਾਂ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨੋਟਿਸ ਲੈ ਕੇ ਆਉਣਾ ਚਾਹੁੰਦਾ ਕਿ ਬਹੁਤ ਅਫਸੋਸਨਾਕ ਗੱਲ ਹੈ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ, ਉਹਨਾਂ ਦੀ ਪ੍ਰਾਪਰਟੀ ਦੀ ਮਹਿਫੂਜ਼ ਰੱਖਣ ਵਾਸਤੇ ਜੇ ਅੱਜ ਅਸੀਂ ਇੱਕ ਰਿਸਪੌਂਸਿਬਲ ਆਪੋਜੀਸ਼ਨ, ਅਸੀਂ ਜਿੱਥੇ ਵੀ ਮੌਜੂਦਾ ਸਰਕਾਰ ਨੂੰ ਲੋੜ ਹੈ ਅਸੀਂ ਮਦਦ ਕਰਨ ਨੂੰ ਵੀ ਤਿਆਰ, ਅਸੀਂ ਮਦਦ ਕਰਦੇ ਵੀ ਰਹੇ, ਬਟ ਅੱਜ ਅਸੀਂ ਉਹ ਗੱਲ ਕਰਨ ਗਏ, ਤੁਹਾਡੇ ਕੋਲ ਟਾਈਮ ਲੈ ਕੇ ਗਏ, ਤੁਸੀਂ ਸਾਨੂੰ ਬੇਇੱਜ਼ਤ ਕੀਤਾ। ਤੁਸੀਂ ਜਿਹੜਾ ਪੰਜਾਬ ਦਾ ਇਤਿਹਾਸ ਹੈ, ਜਿਹੜਾ ਪੰਜਾਬ ਦੀਆਂ ਇੱਕ ਰਸਮਾਂ ਨੇ ਕਿ ਅਸੀਂ ਜੇ ਕੋਈ ਵਿਰੋਧੀ ਵੀ ਆਉਂਦਾ ਉਹਨੂੰ ਪਾਣੀ ਦਾ ਗਲਾਸ, ਉਹਨੂੰ ਚਾਹ ਦਾ ਕੱਪ ਪੁੱਛਦੇ ਹਾਂ, ਉਹਨੂੰ ਇੱਜ਼ਤ ਦਿੰਦੇ ਹਾਂ, ਮਾਣ ਦਿੰਦੇ ਹਾਂ। ਤੁਸੀਂ ਇੱਜ਼ਤ ਮਾਣ ਵੀ ਨਹੀਂ ਦਿੰਦੇ। ਅਸੀਂ ਕੀ ਇੱਕ ਆਪੋਜੀਸ਼ਨ ਪਾर्टी किस तरह लोगों का व्यू पॉइंट असेंबली च रखेगी, असेंबली के बाद? भाजपा जी, आम आदमी पार्टी कह रही है कि आप समय लेकर के नहीं गए, समय लेकर के नहीं गए, बिना समय लिए आप मुझे एक बात का देखिए, सारी रिस्पॉन्सिबल आज प्रेस इधर, अगर समय ना लिया होता तो हमें अंदर कैसे लेकर गए? आप इस बात का हमें खुद बताएं कि अगर हमने समय ना लिया होता तो अंदर कैसे लेकर जाते? अंदर समय लिया था, अंदर लेकर गए। अगर आप अंदर ले गए हो, चलो ये भी छोड़ दीजिए, उनकी बात ही मान लेते। अगर नहीं भी समय लिया, आप अंदर ले गए हो, सीएम घर में है, 45 मिनट आपने सीएम के घर में हमें बिठा रखा है। वी आर द मेन ऑपोजिशन पार्टी, आई एम द लीडर ऑफ द ऑपोजिशन। We have 15 other MLAs. My party president is with me. The former speaker is there. There are two पुराने डिप्टी चीफ मिनिस्टर्स आते हैं, और आप ऐसे बेइज्जत करके हमें भेजोगे, और ऊपर से आपने केस रजिस्टर करवा दिया, इस बात का कर दिया कि हमने आपसे टाइम लिया और आप हमें बेइज्जत करना चाहते हैं। कोई कानूनी कार्रवाई ਜਿਹੜੀ ਆ ਉਹ ਕੀਤੀ ਗਈ ਹੈ ਅੰਦਰ, ਕਿਉਂਕਿ ਕਾਫੀ ਦੇਰ ਤੁਹਾਨੂੰ ਬਿਠਾ ਕੇ ਰੱਖਿਆ। मैं ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਬਹੁਤ ਮਦਭਾਗਾ ਦਿਨ ਹੈ। ਅੱਜ ਲੋਕਤੰਤਰ ਦੇ ਵਿੱਚ ਇਹਨੂੰ ਮੈਂ ਕਾਲਾ ਦਿਨ ਕਹਾਂਗਾ, ਕਾਲਾ ਦਿਨ। ਭਾਈ ਸਾਹਿਬ ਯਾਰ ਚੁੱਪ ਹੋਏਗਾ, ਉਹ ਬ੍ਰਦਰ, ਅੱਜ ਲੋਕਤੰਤਰ ਦੇ ਵਿੱਚ ਇੱਕ ਕਾਲਾ ਦਿਨ ਹੈ ਜਿੱਥੇ ਆਪਦੀ ਗੱਲ ਸੁਣਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਕੋਲੇ 50 ਲੋਕ ਆਪਦੀ ਚੈਕਿੰਗ ਕਰਾ ਕੇ ਗਏ, ਉਹਨਾਂ ਦੇ ਨਾਲ ਮਿਲਣ ਵਾਸਤੇ ਗਏ। ਉਹਨਾਂ ਨੇ ਕਿਹਾ ਕਿ ਸਾਥੋਂ ਸਮਾਂ ਨਹੀਂ ਲਿਆ, ਹਾਲਾਂਕਿ ਸਮਾਂ ਲੈ ਕੇ ਗਏ ਸਾਂ। ਇਸ ਦੇ ਬਾਵਜੂਦ 1 ਘੰਟਾ ਮਿਲਣ ਦੇ ਨਹੀਂ ਮਿਲੇ। ਉਸ ਤੋਂ ਬਾਅਦ ਇੱਕ ਟਵੀਟ ਕਰ ਦਿੱਤਾ ਜਾਂਦਾ। ਕਿੱਡਾ ਛਾਤਰ ਤੇ ਚਲਾਕ ਮੁੱਖ ਮੰਤਰੀ ਪੰਜਾਬ ਹੈ ਕਿ ਇੱਕ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਇਹ ਲੋਕ, ਇਹਨਾਂ ਦੇ ਖੂਨ ਦੇ ਵਿੱਚ ਕਰਪਸ਼ਨ ਹੈ, ਅਸੀਂ ਕੋਰਟ ਦੇ ਵਿੱਚ ਜਾਵਾਂਗੇ ਇਹਨਾਂ ਦੇ ਖਿਲਾਫ, ਇਹਨਾਂ ਦੇ ਖੂਨ ਦੇ ਵਿੱਚ ਕਰਪਸ਼ਨ ਹੈ। ਪਰ ਇਹ ਮਾੜੇ ਲੋਕਾਂ ਦੀ ਮਦਦ ਵਾਸਤੇ ਮੇਰੇ ਕੋਲੇ ਆਏ ਸਨ। ਜਦ ਅਸੀਂ ਮਿਲੇ ਹੀ ਨਹੀਂ ਮੁੱਖ ਮੰਤਰੀ ਨੂੰ, ਉਹਨਾਂ ਨੂੰ ਕਿਵੇਂ ਇਲਮ ਹੋ ਗਿਆ ਕਿ ਅਸੀਂ ਕਿਸੇ ਦੇ ਕੇਸ ਵਾਸਤੇ ਜਾਂ ਵਿਜੀਲੈਂਸ ਵਾਸਤੇ ਜਾਂ ਸਾਧੂ ਸਿੰਘ ਦੇ ਕੇਸ ਵਾਸਤੇ ਆਏ ਹਾਂ? ਇਹ ਜਾਣ ਬੁੱਝ ਕੇ ਸਾਰਾ ਡਰਾਮਾ ਰਚਿਆ ਜਾਂਦਾ ਹੈ।
ਜਾਣਬੁੱਝ ਕੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ। ਔਰ ਇਸ ਤੋਂ ਵੱਡੀ ਅਣਹੋਣੀ ਕੀ ਹੋਈ, ਤੁਸੀਂ ਇਸ ਤੋਂ ਅੰਦਾਜ਼ਾ ਲਾ ਦਿਓ ਕਿ ਸਰਕਾਰ ਕਿੰਨੀ ਕੁ ਸੰਜੀਦਗੀ ਹੈ। ਫਾਈਨਾਂਸ ਮਿਨਿਸਟਰ ਪੰਜਾਬ ਮਿਸਟਰ ਚੀਮਾ ਇਹ ਗੱਲ ਕਹਿ ਰਹੇ ਨੇ ਕਿ ਸਾਡਾ ਮੁੱਖ ਮੰਤਰੀ, ਇਹਨਾਂ ਦਾ ਮੁੱਖ ਮੰਤਰੀ ਮਿਲਦਾ ਨਹੀਂ ਸੀ, ਸਾਡਾ ਮੁੱਖ ਮੰਤਰੀ ਇਹਨਾਂ ਨੂੰ ਮਿਲ ਕੇ ਗਿਆ, ਇਹਨਾਂ ਦੀ ਗੱਲ ਸੁਣ ਕੇ ਗਿਆ। ਤੁਸੀਂ ਆਪ ਸੁਣਿਆ। ਔਰ ਉਹਨਾਂ ਦੇ ਡੀਐਸਪੀ ਵੱਲੋਂ ਕੰਪਲੇਂਟ ਆਉਂਦੀ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ 452 ਤੇ ਇਹਨਾਂ ਤੇ ਨਾਨ ਬੇਲੇਬਲ ਮੁਕੱਦਮੇ ਦਰਜ ਕੀਤੇ ਜਾਣ। ਇਹਦੇ ਮਗਰ ਕੀ ਮਕਸਦ ਹੈ? ਅੱਜ ਤੱਕ ਇਹ ਮੈਂ ਇਸ ਕਰਕੇ ਕਾਲਾ ਦਿਨ ਕਿਹਾ ਕਿ ਇਹ ਕਦੇ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਆਪੋਜੀਸ਼ਨ ਚਾਹੇ ਕਿਸੇ ਦੀ ਵੀ ਸਰਕਾਰ ਹੋਵੇ, ਕੋਈ ਮਿਲਣ ਜਾਵੇ ਤੇ ਉਹਦੇ ਤੇ ਐਫਆਈਆਰ ਦਰਜ ਕਰਦੇ। ਅਕਸਰ ਇਹ ਹੁੰਦਾ ਸੀ ਕਿ ਯਾਰ ਛੱਡੋ, ਕੋਈ ਗੱਲ ਨਹੀਂ, ਉਹ ਆਏ ਤਾਂ ਉਹਨੂੰ ਛੱਡ ਦਿੱਤਾ ਜਾਵੇ। ਇਹਦੇ ਮਤਲਬ ਮਕਸਦ ਇਹ ਹੈ ਕਿ ਡਰ ਸਤਾ ਰਿਹਾ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ, ਸੰਗਰੂਰ ਦਾ ਡਰ, ਕਿ ਅਗਰ ਸੰਗਰੂਰ ਦੀ ਜਿਮਨੀ ਚੋਣ ਜੋ ਕਿ ਅੱਜ ਆਮ ਆਦਮੀ ਪਾਰਟੀ ਸਰਕਾਰ ਜਦੋਂ ਤੋਂ ਮੂਸੇਵਾਲਾ ਸਾਹਿਬ ਦਾ, ਭਾਈ ਸਾਹਿਬ ਤੁਸੀਂ ਇਕੱਲੇ ਹੀ ਬੋਲ ਰਹੇ ਹੋ, ਕਤਲ ਹੋਇਆ ਹੈ, ਜਿਨ੍ਹਾਂ ਦੇ ਮੁਜਰਮ ਹਜੇ ਤੱਕ ਫੜੇ ਨਹੀਂ ਗਏ, ਜਿੱਥੇ 1.5 ਲੱਖ ਲੋਕਾਂ ਨੇ ਆ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਇਹ ਡਰ ਸਤਾ ਰਿਹਾ ਹੈ ਕਿ ਸੰਗਰੂਰ ਦੀ ਬਾਈ ਇਲੈਕਸ਼ਨ ਅਸੀਂ ਹਾਰ ਰਹੇ ਹਾਂ। ਹੋਵੇ ਨਾ ਤਾਂ ਅਸੀਂ ਕਾਂਗਰਸੀਆਂ ਤੇ ਨਾਨ ਬੇਲੇਬਲ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ 10 ਦਿਨਾਂ ਵਾਸਤੇ ਭੇਜ ਦਿੱਤਾ ਜਾਵੇ। ਸੋ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਇਹਨਾਂ ਦਾ ਝੂਠਾਂ ਦਾ ਪਲੰਦਾ ਹੈ, ਇਹ ਜਲਦੀ ਹੈ ਜਿਹੜਾ ਇਹਨਾਂ ਦਾ ਨਕਾਬ ਉਤਰ ਜਾਏਗਾ। ਇੱਕ ਪਾਸੇ ਸਾਡੇ ਵਾਲੇ ਬੇਸ਼ੱਕ ਅਸੀਂ ਗੁਨੇਗਾਰ ਦੇ ਨਾਲ ਨਹੀਂ ਹੈ, ਪਰ ਹਾਂ ਅਗਰ ਕੋਈ ਵੈਂਡੇਟਾ ਪੋਲਿਟਿਕਸ ਕਰੇਗਾ ਸਾਡੇ ਕਾਂਗਰਸੀ ਬੰਦੇ ਦੇ ਨਾਲ, ਅਸੀਂ ਉਹਦੇ ਨਾਲ ਡਟ ਕੇ ਖੜਾਂਗੇ, ਬੇਸ਼ੱਕ ਉਹ ਕੋਈ ਵੀ ਹੈ। ਵੈਂਡੇਟਾ ਪੋਲਿਟਿਕਸ ਅਗਰ ਸਾਡਾ ਕੋਈ ਵਿਅਕਤੀ ਗੁਨੇਗਾਰ ਪਾਇਆ ਜਾਂਦਾ ਹੈ, ਅਸੀਂ ਬਿਲਕੁਲ ਉਹਦੇ ਨਾਲ ਨਹੀਂ ਖੜਾਂਗੇ, ਅਸੀਂ ਸਰਕਾਰ ਦਾ ਡਟ ਕੇ ਸਾਥ ਦੇਵਾਂਗੇ। ਅਗਰ ਸਾਡਾ ਵਿਅਕਤੀ ਗੁਨੇਗਾਰ ਹੈ, ਇਹਨਾਂ ਦਾ ਜਿਹੜਾ ਉਹ ਸਾਡਾ ਇਹਨਾਂ ਦਾ ਤਾਂ ਹੋ ਗਿਆ ਸਾਥ। ਜਿਹੜਾ ਸਤਿੰਦਰ ਜੈਨ ਫੜਿਆ, ਉਹ ਰੋਜ਼ ਚੀਕ ਕੇ ਇੱਕ ਹੀ ਗੱਲ ਕਹਿ ਰਹੇ ਨੇ ਕੇਜਰੀਵਾਲ ਸਾਹਿਬ ਕਿ ਮੈਂ ਤਾਂ ਉਹਨੂੰ ਪਦਮ ਵਿਭੂਸ਼ਣ ਦਿਵਾਉਣਾ ਚਾਹੁੰਦਾ ਹੈ, ਉਹਨੂੰ ਰਾਸ਼ਟਰਪਤੀ ਅਵਾਰਡ ਮਿਲਣਾ ਚਾਹੀਦਾ, ਜਿਹਦੇ ਤੋਂ 2 ਕਰੋੜ ਉਹਦੇ ਸਾਥੀ ਤੋਂ ਬਰਾਮਦੀ ਹੋਈ ਹੈ, ਜਿਹਦੇ ਤੋਂ 128 ਕੁਆਇਨ ਮਿਲੇ ਹੈ, ਤੇ ਸਾਡੇ ਵਾਲੇ ਤੋਂ ਹਜੇ ਤੱਕ ਕੁਝ ਮਿਲਿਆ ਨਹੀਂ ਹੈ। ਇਨਕੁਆਰੀ ਮੈਟਰ ਹੈ, ਅਗਰ ਉਹਦੇ 'ਚ ਕੋਈ ਤੱਥ ਪਾਏ ਜਾਂਦੇ ਹੈ ਤਾਂ ਗੁਨੇਗਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਰ ਕੋਈ ਤੱਥ ਨਹੀਂ ਪਾਏ ਜਾਂਦੇ, ਵੈਂਡੇਟਾ ਪੋਲਿਟਿਕਸ ਨਹੀਂ ਹੋਣ ਦਿਆਂਗੇ। ਆਪਦੇ ਵਾਲਾ ਤਾਂ ਇਹਨਾਂ ਦਾ ਸਾਥ ਹੋ ਗਿਆ ਤੇ ਸਾਡੇ ਵਾਲੇ ਨੂੰ ਚੋਰ ਬਣਾਤਾ। ਹਾਲਾਂਕਿ ਅੱਜ ਇਹ ਸਾਡਾ ਮੁੱਦਾ ਨਹੀਂ ਹੈ, ਅੱਜ ਇਹ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ। ਜੋ ਪੰਜਾਬ ਦੇ ਹਾਲਾਤ ਗੰਭੀਰ ਹੋ ਰਹੇ ਹੈ, ਅੱਜ ਹਰੇਕ ਵਿਅਕਤੀ, ਚਾਹੇ ਕੋਈ ਪ੍ਰੈਸ ਵਾਲਾ ਹੈ, ਚਾਹੇ ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਵਪਾਰੀ ਹੈ, ਚਾਹੇ ਕੋਈ ਆਮ ਨਾਗਰਿਕ, ਉਹ ਡਰ ਮਹਿਸੂਸ ਕਰ ਰਿਹਾ ਕਿ ਪੰਜਾਬ ਦੇ ਵਿੱਚ ਅਸੀਂ ਬਾਹਰ ਕਿਵੇਂ ਨਿਕਲਾਂਗੇ। ਇਹ ਸਾਰਾ ਫੀਸ ਦਾ ਮਸਲਾ ਵੀ ਚੁੱਕਣਾ ਸੀਗਾ। ਜਿਹੜੀ ਸ਼ਬਦਾਵਲੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਬੱਚੀ ਕੁਚੀ ਕਾਂਗਰਸ ਬੇਹੁਦਾ, ਮੈਂ ਅੱਜ ਤੱਕ ਔਰ ਮੈਨੂੰ ਇਹ ਸ਼ਰਮ ਆ ਰਹੀ ਹੈ, ਇਹੋ ਜਿਹਾ ਸ਼ਬਦਾਵਲੀ ਵਰਤਦੇ ਨੂੰ। ਲੇਕਿਨ ਬੇਹੁਦਾ ਔਰ ਬੇਤੁਕਾ ਇੱਕ ਰਿਸਪੌਂਸਿਬਲ ਬੰਦੇ ਤੋਂ ਇਹੋ ਜਿਹੇ ਟਵੀਟ ਦੀ ਮੈਂ ਉਮੀਦ ਨਹੀਂ ਕਰਦਾ। ਸਰ ਅੱਜ ਦੇ ਹਾਲਾਤ ਜੋ ਅੱਜ ਹੋਇਆ ਹੈ, ਸ਼ਾਇਦ ਅੰਗਰੇਜ਼ਾਂ ਦੇ ਸਮੇਂ ਵੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਕਿ ਅਗਰ ਕੋਈ ਆਪਦੀ ਆਵਾਜ਼ ਤੁਹਾਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਆਪਦੀ ਗੱਲ ਦੱਸਣੀ ਚਾਹੁੰਦਾ ਹੈ ਤੇ ਤੁਸੀਂ ਉਹਦੀ ਆਵਾਜ਼ ਦਬਾਉਣਾ ਚਾਹੁੰਦੇ, ਉਹਦੇ ਤੇ ਮੁਕੱਦਮਾ ਦਰਜ ਕਰਕੇ। ਦੋ ਔਰਤਾਂ ਜਿਹੜੀਆਂ ਸਾਡੀਆਂ ਬੀਬੀਆਂ, ਉਹਨਾਂ ਤੇ 353 ਲਾ ਦਿੱਤੀ ਗਈ। ਕੋਈ ਸ਼ਰਮ ਨਹੀਂ ਆਈ? ਢੇਲਾ ਵੀ ਸ਼ਰਮ ਨਹੀਂ ਆਈ ਮੁੱਖ ਮੰਤਰੀ ਸਾਹਿਬ ਨੂੰ? ਅੱਜ ਕੀ ਮਾਮਲਾ ਦਰਜ ਕੀਤਾ ਗਿਆ ਜੀ ਤੁਹਾਡੇ? 188, 353, 147, 353 ਇਹ ਨਾਨ ਬੇਲੇਬਲ ਅਫੈਂਸ ਹੈ। ਇਹ ਤਾਂ ਪੁਲਿਸ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਮਾਮਲੇ ਦੀ। ਜਦੋਂ ਅਸੀਂ ਉਹਨਾਂ ਨੂੰ ਤੱਥ ਪੇਸ਼ ਕੀਤੇ ਹੈ, ਉਹਨਾਂ ਨੇ ਸਾਥੋਂ ਸਪੈਸ਼ਲ ਬੌਂਡ ਭਰਵਾ ਕੇ ਅਰੈਸਟ ਮੀਮੋ ਤੇ ਦਸਤਖਤ ਕਰਵਾ ਕੇ ਸਾਨੂੰ ਛੱਡਿਆ, ਕਿਉਂਕਿ ਪੁਲਿਸ ਕੋਲੇ ਅਥਾਰਟੀ ਦੇ ਪਾਵਰ ਹੁੰਦੀ ਹੈ, ਚਾਹੇ ਉਹ 307 ਚੋਂ ਵੀ। ਉਸ ਕਰਕੇ ਮਤਲਬ ਕਿ ਇਦਾਂ ਸਾਨੂੰ ਬਾਹਰ ਛੱਡਿਆ ਗਿਆ, ਨਹੀਂ ਤਾਂ ਸਾਡੀ ਗ੍ਰਿਫਤਾਰੀ, ਉਹ ਇੱਛਾ ਰੱਖਦੇ ਸੀ ਵੀ ਇਹਨਾਂ ਦੀ ਗ੍ਰਿਫਤਾਰੀ ਹੋਵੇ। ਕਿਉਂਕਿ ਕਿਹਾ ਜਾ ਰਿਹਾ ਕਿ ਕੱਲ 1 ਵਜੇ ਦਾ ਸਮਾਂ ਜਿਹੜਾ ਹੈ ਬਿਲਕੁਲ ਬਾਜਵਾ ਸਾਹਿਬ ਨੇ ਤੈਅ ਕਰਤਾ ਹੈ। ਬਿਲਕੁਲ ਅਸੀਂ ਬੇਸ਼ੱਕ ਮਰ ਵੀ ਜਾਈਏ, ਲੇਕਿਨ ਇਸ ਮੁੱਖ ਮੰਤਰੀ ਨੂੰ ਅਸੀਂ ਬਿਲਕੁਲ ਨਹੀਂ ਮਿਲਾਂਗੇ ਜੋ ਇਹਨਾਂ ਨੇ ਹਰਕਤ ਕੀਤੀ ਹੈ। ਇਸ ਤਰ੍ਹਾਂ ਤਾਂ ਕੋਈ ਕ੍ਰਿਮੀਨਲ ਨਾਲ ਵੀ ਨਹੀਂ ਕਰਦਾ ਜੋ ਸਾਡੇ ਨਾਲ ਹੋਇਆ। ਅਸੀਂ ਆਮ ਗੇਟ ਰਾਹੀਂ ਅੰਦਰ ਗਏ, ਸਾਡੇ ਚੈਕਿੰਗ ਕੀਤੀ ਗਈ, ਸਾਡੇ ਟੈਲੀਫੋਨ ਫੜੇ ਗਏ, ਜਾਣ ਬੁੱਝ ਕੇ ਬੇਇੱਜ਼ਤੀ। ਉਹ ਇਹੀ ਚਾਹੁੰਦੇ ਸੀ ਮੁੱਖ ਮੰਤਰੀ ਸਾਹਿਬ ਵੀ ਸਾਡੇ ਕੋਲ ਕਦੇ ਆਉਣਾ, ਔਰ ਬਿਲਕੁਲ ਨਹੀਂ ਜਾਵਾਂਗੇ।
ਅਸੀਂ ਲੋਕਾਂ ਦੀ ਲੜਾਈ ਲੜਨਾ ਜਾਣਦੇ ਹਾਂ। ਅਸੀਂ ਉਹ ਲੋਕ ਹੈ ਕਾਂਗਰਸ ਪਾਰਟੀ ਜਿਹੜੀ 92 ਚ ਜਦੋਂ ਪੰਜਾਬ ਦੇ ਵਿੱਚ ਅੱਗ ਚੱਲ ਰਹੀ ਸੀ, ਅੱਗ ਮੱਚ ਰਿਹਾ ਸੀ ਪੰਜਾਬ, ਉਦੋਂ ਇੱਥੋਂ ਦੇ ਸਾਡੇ ਕਾਂਗਰਸੀ ਜਿਹੜੇ ਲੀਡਰਾਂ ਨੇ ਆਪਦੀਆਂ ਸ਼ਹਾਦਤਾਂ ਦੇ ਕੇ ਇਸ ਪੰਜਾਬ ਨੂੰ ਬਚਾ ਕੇ ਰੱਖਿਆ। ਬਿਲਕੁਲ ਅਸੀਂ ਥੱਲੇ ਗਰਾਊਂਡ ਜ਼ੀਰੋ ਤੇ ਲੜਾਈ ਲੜਾਂਗੇ ਔਰ ਆਪਦੇ ਵਰਕਰਾਂ ਨਾਲ ਖੜੇ पंजाब कांग्रेस की तरफ से क्या कह रहे हो? दुधानी भाई क्या कह रहे हो भाई? दुधानी भाई तब आपको बता दिया जाएगा। अगर ईडी ने बुलाया है तो जो भी डायरेक्शन होगी, जो भी पार्टी निर्णय करेगी, जो भी फैसला करेगी, आपको बता दिया जाएगा। कोई इन्हों का नहीं, कोई पहली बार नहीं, असी बहुत मुकदमे बड़े इन्हों तो बड़े भी दर्ज होते। लड़ाई असी लोगों की लड़ाई। मैनू अज अफसोस है, एक पासे सानू सद्दिया, दूजे पासे अंदर घल्लण तो पहले लाइट मशीन गन वाली जीप मंगाई थी। तुसीं मैनू दसो, लाइट मशीन गन वाली जेब तुहाडे कोल कोई जीप है ही है तो ये तो मूसे वाले ते जेहड़े मारन वाले उन्हां वल करो, मूँह कि साडे वल करना। लाइट मशीन गन तुसीं वेखो किस किस्म दा इन्हां दा काम। तो मैं हैरान हाँ कि वेखो भगवंत मान घर विच होए ते घर विच बैठा होया मेन ओपोजिशन पार्टी नूं टाइम दे के ये बेइज्जत करना चाहते सी, नीवा विखाना चाहते सी, ये विखाना चाहते सी कि इन्हां नूं मैं कल सद्दिया, असीं विहले आ ते असीं इन्ने विहले आ कि जिद्दण जदों ये मर्जी सद्दिया करे तो उस मुताबक असीं आया करिए। वेरी वेरी अनफॉर्चुनेट असीं ये फैसला कर लिया। इस तो बाद जिन्ना चिर भी इन्हां दी सरकार चलेगी, जिथे भगवंत मान सानू सदेगा, भावें फॉर्मल डिनर होए, फॉर्मल लंच होए, भावें असैम्बली च होए, वी विल कंप्लीटली बायकॉट दिस मैन, वी विल नॉट गो टू एनी फंक्शन ऑफ दिस। ये जमहूरीयत वास्ते बहुत बड़ी गल है, बट इहदियां परंपरावां जिहो जिहियां भगवंत मान ने ते इन्हां ने हुण नवीआं तय कर दित्तियां, ये शो करदियां ने कि कोई बदलाव नहीं, बदले तो इलावा बिल्कुल ये बंदियां दे विच ना काबलियत है ना राज करन दी काबलियत नहीं। धन्यवाद, थैंक यू। ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜੇ ਨੇ ਸਾਰੇ ਆਗੂ ਜਿਹੜੇ ਕਾਂਗਰਸ ਦੇ ਸੀ 3 ਨੰਬਰ ਥਾਣਾ ਜਿਹੜਾ ਹੈਗਾ ਉਹਦੇ ਵਿੱਚ ਜਿਹੜੇ ਇੱਥੇ ਇਹਨਾਂ ਨੂੰ ਰੱਖਿਆ ਗਿਆ ਸੀ ਸਵੇਰ ਦੇ ਧਰਨੇ ਦੇ ਬਾਅਦ, ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ। ਦੋਨੋਂ ਆਗੂਆਂ ਨੇ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਜਾਂ ਫਿਰ ਪ੍ਰਧਾਨ ਕਾਂਗਰਸ ਦੇ ਨੇ ਰਾਜਾ ਵੜਿੰਗ, ਉਹਨਾਂ ਨੇ ਦੱਸਿਆ ਕਿ ਸਾਡੇ ਤੋਂ ਬੌਂਡ ਭਰਵਾਏ ਗਏ ਬਕਾਇਦਾ ਔਰ ਸਾਨੂੰ ਜਿਹੜਾ ਹੈਗਾ ਤਾਂ ਛੱਡਿਆ ਗਿਆ। ਪਰ ਉਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਡੇ ਅਰੈਸਟ ਪਾਈ ਗਈ, ਫਿਰ ਬੌਂਡ ਭਰਵਾਇਆ ਗਿਆ ਤਾਂ ਛੱਡਿਆ ਗਿਆ। ਪਰ ਉਹਨਾਂ ਨੇ ਕਿਹਾ ਕਿ ਅਸੀਂ ਆਮ ਇਨਸਾਨ ਨਹੀਂ ਹੈਗੇ, ਅਸੀਂ ਵਿਧਾਇਕ ਹੈਗੇ ਹਾਂ ਔਰ ਅਸੀਂ ਮਿਲਣ ਗਏ ਸੀਗੇ, ਸਾਨੂੰ ਸਮਾਂ ਦਿੱਤਾ ਗਿਆ ਸੀਗਾ, ਪਰ ਜਿਹੜਾ ਸੀਗਾ ਸਾਡੇ ਨਾਲ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਵਿਵਹਾਰ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਵੀ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੇ ਆਪਣੇ ਕਿਸੇ ਮੰਤਰੀ ਜਾਂ ਫਿਰ ਕਿਸੇ ਜਿਹੜਾ ਸਾਡੇ ਸਾਬਕਾ ਮੰਤਰੀ ਸੀਗੇ ਜਾਂ ਸਾਡੇ ਜਿਹੜੇ ਲੀਡਰ ਸੀ ਉਹਨਾਂ ਦੀ ਪੈਰਵਾਈ ਨਹੀਂ ਕਰਨ ਗਏ ਸੀ। ਜਿਹੜੇ ਕਿ ਪਿਛਲੇ ਦਿਨਾਂ ਇੱਕ ਮਾਮਲਾ ਆਇਆ ਚਾਹੇ ਉਹ ਜੰਗਲਾਤ ਮਹਿਕਮੇ ਦੇ ਸਾਬਕਾ ਮੰਤਰੀ ਦਾ ਮਾਮਲਾ ਆਇਆ ਹੈ ਜਿਹਦੇ 'ਚ ਗ੍ਰਿਫਤਾਰੀ ਦੀ ਗੱਲ ਸੀਗੀ ਜਾਂ ਕੁਝ ਸੀ, ਕਹਿੰਦੇ ਸੀ ਉਹਨਾਂ ਦੀ ਪੈਰਵਾਈ ਨਹੀਂ ਕਰਨ ਗਏ ਸੀਗੇ। ਅੱਜ ਦਾ ਸਾਡਾ ਘੱਟੋ ਘੱਟ ਅੱਜ ਦਾ ਉਹ ਮਸਲਾ ਨਹੀਂ ਸੀਗਾ। ਅਸੀਂ ਅੱਜ ਦਾ ਦਿਨ ਬੇਸਿਕਲੀ ਜਿਹੜੀ ਸੂਬੇ ਦੀ ਕਾਨੂੰਨ ਵਿਵਸਥਾ ਹੈਗੀ ਹੈ ਉਹਦੇ ਬਾਰੇ ਗੱਲ ਕਰਨ ਗਏ ਸੀਗੇ, ਜਾਂ ਫਿਰ ਅਸੀਂ ਜਿਹੜਾ ਹੈਗਾ ਜਿਹੜੀਆਂ ਪਿੱਛੇ ਘਟਨਾਵਾਂ ਹੋਈਆਂ ਨੇ, ਜਿਹੜੇ ਹੱਤਿਆ ਦੀਆਂ ਘਟਨਾਵਾਂ ਹੋਈਆਂ ਨੇ, ਮਰਡਰਸ ਹੋਏ ਨੇ ਜਾਂ ਹੋਰ ਜਿਹੜੀਆਂ ਅਣਸੁਖਾਵੀਂ ਘਟਨਾਵਾਂ ਹੋਈਆਂ ਨੇ ਸੂਬੇ ਦੇ ਵਿੱਚ, ਉਹਨਾਂ ਦੇ ਲਈ ਇਨਸਾਫ, ਉਹਨਾਂ ਦੇ ਵਿੱਚ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਫੜਨ ਜਾਂ ਜਿਹੜੇ ਸੂਬੇ ਦੀ ਲਾਅ ਐਂਡ ਆਰਡਰ ਸਥਿਤੀ ਹੈਗੀ ਹੈ ਉਸ ਵਿਸ਼ੇ ਤੇ ਗੱਲਬਾਤ ਭਗਵੰਤ ਮਾਨ ਮੁੱਖ ਮੰਤਰੀ ਦੇ ਨਾਲ ਕਰਨ ਗਏ ਸੀਗੇ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਜਿਹੜਾ ਉੱਥੇ ਉਹਨਾਂ ਨੇ ਰੋਕਿਆ, ਖਾਸ ਕਰਕੇ ਉਹਨਾਂ ਨੇ ਸਾਡੇ ਫੋਨ ਰਖਵਾ ਲਏ, ਬਾਕੀ ਸਭ ਕੁਝ ਸਾਡੀ ਤਲਾਸ਼ੀ ਲਿੱਤੀ ਗਈ, ਸਭ ਕੁਝ ਕੀਤਾ ਗਿਆ, ਪਰ ਉਸ ਦੇ ਬਾਵਜੂਦ ਸਾਡੇ ਨਾਲ ਇਹੋ ਜਿਹਾ ਵਿਵਹਾਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਹੁਣ ਪੂਰੇ ਦੇ ਪੂਰੇ ਸਮੇਂ ਅਸੀਂ ਬਿਲਕੁਲ ਵੀ ਜਿਹੜਾ ਹੈ ਸੀਐਮ ਨਾਲ ਕਿਸੇ ਵੀ ਤਰੀਕੇ ਦੇ ਨਾਲ ਮਿਲਾਂਗੇ ਨਹੀਂ, ਕਿਸੇ ਵੀ ਤਰ੍ਹਾਂ ਜੇ ਉਹ ਸਾਨੂੰ ਬੁਲਾਉਣਗੇ ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰਾਂਗੇ। ਇਸ ਤਰੀਕੇ ਦੇ ਨਾਲ ਅੱਜ ਜਿਹੜਾ ਸੀਗਾ ਸਾਰਾ ਦਾ ਸਾਰਾ ਮਾਹੌਲ ਬਣਿਆ ਰਿਹਾ। ਹੁਣੀ ਥੋੜੀ ਦੇਰ ਪਹਿਲੇ ਜਿਹੜੇ ਸਾਰੇ ਦੇ ਸਾਰੇ ਕਾਂਗਰਸੀ ਜਿਹੜੇ ਆਗੂ ਲੀਡਰ ਸੀਗੇ ਉਹ 3 ਨੰਬਰ ਥਾਣੇ ਦੇ ਵਿੱਚੋਂ ਬੌਂਡਸ ਭਰਵਾਉਣ ਦੇ ਬਾਅਦ ਜਿਹੜੇ ਹੈ ਹੁਣ ਛੱਡ ਦਿੱਤੇ ਗਏ ਨੇ। ਕੈਮਰਾ ਪਰਸਨ ਜੌਨਸਨ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ।
ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।